ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਆਪੇ ਕੀਆ ਕਰਾਇਆ, ਆਪੇ ਕਰਨੈ ਜੋਗ। ਨਾਨਕ ਏਕੋ ਰਬ ਰਹਿਆ, ਦੂਸਰ ਹੋਆ ਨਾ ਹੋਗ। ਪੌੜੀ ਓੰਕਾਰ ਸਤਿਗੁਰ ਨਮਸਕਾਰੰ, ਆਦ ਮਦ ਅੰਤ ਨਿਰੰਕਾਰੰ। ਆਪੇ ਸੁਨ ਆਪੇ ਸੁਖ ਆਸਣਾ, ਆਪੇ ਸੁਣਤ ਆਪ ਹੀ ਜਾਸਣ। ਆਪਨ ਆਪ ਆਪੇ ਉਪਾਇਓ, ਆਪੇ ਬਾਪ ਆਪ ਹੀ ਮਾਇਓ। ਆਪੇ ਸੂਖਮ ਆਪੇ ਅਸਥੂਲਾ, ਲਖੀ ਨ ਜਾਈ ਨਾਨਕ ਲੀਲਾ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਰਹਾਉ। ਸਾਹਿਬੇ ਕਮਾਲ ਵਾਲੀਏ ਕੁਲ ਆਲਮ, ਚਵਰ ਸਤਰ ਤਥਾ ਵਕਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤਿਸੰਗੀ ਜਨੋ, ਵਡਭਾਗੇ ਹਾਂ। ਸਤਿਗੁਰਾਂ ਦੀਆਂ ਪਾਵਨ ਮੁਬਾਰਕ ਘੜੀਆਂ ਇਹ ਪ੍ਰਾਪਤ ਹੋਈਆਂ ਹਨ। ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹਾਂ। ਸੋ ਆਓ, ਬਾਵਨ ਅੱਖਰੀ ਬਾਣੀ ਦੀ ਵਿਚਾਰ ਆਰੰਭ ਕੀਤੀ ਹੋਈ ਹੈ। ਕੱਲ ਆਪਾਂ ਪਹਿਲੇ ਸ਼ਲੋਕ ਦੀ ਵਿਚਾਰ ਕੀਤੀ ਸੀ। ਅੱਜ ਅਗਲੇ ਸ਼ਲੋਕ ਅਤੇ ਪੌੜੀ ਨਾਲ ਰਹਾਉ ਦੀਆਂ ਪੰਕਤੀਆਂ ਦੀ ਵਿਚਾਰ ਕਰਨੀ ਹੈ। ਸੋ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਧਿਆਨ ਇਕਾਗਰ ਕਰਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਿਓ ਜੀ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਪਿਆਰ ਸਤਿਕਾਰ ਦੇ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਆਪੇ ਕੀਆ ਕਰਾਇਆ, ਆਪੇ ਕਰਨੈ ਜੋਗ। ਸਤਿਗੁਰੂ ਕਹਿੰਦੇ ਇਹ ਸਾਰੀ ਜਗਤ ਦੀ ਰਚਨਾ ਪਰਮਾਤਮਾ ਨੇ ਆਪ ਹੀ ਬਣਾਈ ਹੈ। ਆਪੇ ਕੀਆ ਕਰਾਇਆ, ਆਪ ਹੀ ਉਹ ਕਰਨ ਦੇ ਯੋਗ ਹੈ, ਸਮਰੱਥਾ ਵਾਲਾ ਹੈ। ਆਪਣੀ ਸਮਰੱਥਾ, ਆਪਣੀ ਤਾਕਤ, ਆਪਣੇ ਬਲ ਦੇ ਨਾਲ ਇਹ ਸਾਰਾ ਕੁਛ ਉਸ ਅਕਾਲ ਪੁਰਖ ਪਰਮਾਤਮਾ ਨੇ ਆਪ ਹੀ ਬਣਾਇਆ ਹੋਇਆ ਹੈ।
ਜਿੰਨਾ ਕੁਝ ਵੀ ਸਾਨੂੰ ਇਸ ਸੰਸਾਰ ਦੇ ਵਿੱਚ ਨਜ਼ਰ ਆਉਂਦਾ ਹੈ, ਉਸ ਨੂੰ ਰਚਨਹਾਰ ਕੇਵਲ ਇੱਕੋ ਮਾਲਕ ਪਰਮਾਤਮਾ ਹੈ। ਨਾਨਕ ਇੱਕੋ ਰਵ ਰਹਿਆ, ਦੂਸਰ ਹੋਆ ਨਾ ਹੋ। ਕਹਿੰਦੇ ਇਹ ਨਾਨਕ, ਉਹ ਇੱਕੋ ਅਕਾਲ ਪੁਰਖ ਪਰਮਾਤਮਾ ਆਪ ਹੀ ਸਾਰੇ ਪਾਸੇ ਸਮਾਇਆ ਹੋਇਆ ਹੈ। ਉਸ ਤੋਂ ਬਿਨਾਂ ਦੂਜਾ ਜਿਹੜਾ ਹੈ ਉਹ ਕੋਈ ਨਹੀਂ ਹੈ। ਮਾਲਕ ਪਰਮਾਤਮਾ ਇੱਕੋ ਹੀ ਹੈ। ਬਾਕੀ ਸਾਰੇ ਉਸ ਅਕਾਲ ਪੁਰਖ ਪਰਮਾਤਮਾ ਨੇ ਪੈਦਾ ਕੀਤੇ ਹੋਏ ਜੀ ਜੰਤ ਹਨ। ਉਹ ਸ੍ਰੇਸ਼ਟ ਹੈ, ਉਹੀ ਹਰ ਕਣ ਕਣ ਦੇ ਵਿੱਚ ਵਸਿਆ ਹੋਇਆ ਹੈ। ਤੇ ਜਦੋਂ ਹੈ ਉਹ ਇੱਕ, ਤੇ ਇਸੇ ਕਰਕੇ ਉਹ ਬੇਪਰਵਾਹ ਹੈ। ਲਾਲ ਗੋਪਾਲ ਗੋਬਿੰਦ ਪ੍ਰਭ, ਗਹਿਰ ਗੰਭੀਰ ਅਥਾਹ, ਦੂਸਰ ਨਾਹੀ ਅਬਰ ਕੋ ਨਾਨਕ ਬੇਪਰਵਾਹ। ਉਹ ਆਪੇ ਆਪ ਹੀ ਹੈ। ਉਸ ਅਕਾਲ ਪੁਰਖ ਪਰਮਾਤਮਾ ਦੇ ਵਰਗਾ ਹੋਰ ਦੂਜਾ ਕੋਈ ਵੀ ਨਹੀਂ ਹੈ। ਇੱਕੋ ਹੀ ਹੈ, ਇਸ ਕਰਕੇ ਉਹ ਸ੍ਰੇਸ਼ਟ ਹੈ। ਉਸ ਦੇ ਬਰਾਬਰ ਦੀ ਕੋਈ ਬਰਾਬਰੀ ਕਰਨ ਵਾਲਾ ਪੈਦਾ ਹੀ ਨਹੀਂ ਹੋਇਆ। ਇਸੇ ਕਰਕੇ ਉਹ ਆਪਣੇ ਆਪ ਵਿੱਚ ਆਪ ਹੀ ਹੈ। ਦਿੰਦਾ ਰਹਿ ਨਾ ਚੁੱਕੈ ਭੋਗ, ਉਹ ਦੇਣ ਵਾਲਾ ਹੈ। ਕਦੇ ਵੀ ਉਹਦੇ ਖਜ਼ਾਨੇ ਜਿਹੜੇ ਨੇ ਉਹ ਮੁੱਕਦੇ ਨਹੀਂ ਨੇ। ਉਸ ਦੇ ਖਜ਼ਾਨੇ ਦੇ ਵਿੱਚ, ਪਰਮਾਤਮਾ ਦੇ ਭੰਡਾਰ ਦੇ ਵਿੱਚ ਕਦੇ ਚੂਕ ਹੀ ਨਹੀਂ ਆਉਂਦੀ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਈ। ਇਸੇ ਕਰਕੇ ਪਰਮਾਤਮਾ ਦਾ ਇਹ ਸ੍ਰੇਸ਼ਟ ਗੁਣ ਹੈ ਕਿ ਉਸ ਵਰਗਾ ਉਹ ਆਪ ਹੀ ਹੈ, ਉਹਦੇ ਵਰਗਾ ਕੋਈ ਹੋਰ ਨਹੀਂ ਹੋਇਆ। ਸਭ ਕਿਛ ਤਿਸ ਕਾ ਉਹ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋ। ਉਹ ਆਪ ਹੀ ਆਪ ਹੈ, ਉਹਦੇ ਵਰਗਾ ਹੋਰ ਕੋਈ ਵੀ ਦੂਜਾ ਜਿਹੜਾ ਹੈ ਉਹ ਪੈਦਾ ਨਹੀਂ ਹੋਇਆ। ਉਹ ਇੱਕੋ ਹੀ ਹੈ। ਕੋਇ ਨਾ ਮੇਟੈ ਪ੍ਰਭ ਕਾ ਕੀਆ, ਦੂਸਰ ਨਾਹੀ ਅਲੋਈਐ। ਵੇਖੀ ਦਾ, ਅਲੋਈਏ ਦਾ ਅਰਥ ਹੈ ਅੱਖਾਂ ਦੇ ਨਾਲ ਵੇਖਣਾ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਹ ਪ੍ਰਸਾਦ ਸੁਖ ਸੋਈਐ। ਉਹ ਇੱਕੋ ਮਾਲਕ ਪਰਮਾਤਮਾ ਆਪ ਹੀ ਹੈ। ਉਹਦੇ ਕੋਲ ਹੀ ਤਾਕਤ ਹੈ ਕਿ ਉਹਦਾ ਹੁਕਮ ਸ੍ਰੇਸ਼ਟ ਹੈ। ਉਹਦੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ, ਮੋੜ ਨਹੀਂ ਸਕਦਾ। ਤੇ ਉਹਦੇ ਬਿਨਾਂ ਦੂਜਾ ਹੈ ਹੀ ਕੋਈ ਨਹੀਂ, ਦਿਸਦਾ ਹੀ ਨਹੀਂ ਹੈ। ਤੇ ਇਸ ਕਰਕੇ ਉਹ ਅਕਾਲ ਪੁਰਖ ਪਰਮਾਤਮਾ ਆਪਣੇ ਆਪ ਦੇ ਵਿੱਚ ਪਰਿਪੂਰਨ ਹੈ, ਹਰ ਪਾਸੇ ਰਵਿਆ ਹੋਇਆ ਹੈ। ਨਾਨਕ ਏਕੋ ਰਵਿਆ, ਦੂਸਰ ਹੋਆ ਨਾ ਹੋ। ਦੂਜਾ ਕੋਈ ਨਹੀਂ ਉਹਦੇ ਵਰਗਾ। ਉਹ ਕੇਵਲ ਆਪ ਹੀ ਆਪ ਹੈ। ਤੇ ਜਦੋਂ ਉਹੀ ਹੈ, ਫਿਰ ਉਸ ਦੀ ਸ੍ਰੇਸ਼ਟਤਾ ਹੀ ਹੈ, ਜਿਹੜੀ ਉਸ ਦੀ ਉਪਮਾ ਹੈ, ਉਸ ਦੀ ਵਡਿਆਈ, ਉਹ ਇਸੇ ਕਰਕੇ ਹੀ ਵੱਡੀ ਹੋ ਜਾਂਦੀ ਹੈ। ਇਸੇ ਕਰਕੇ ਹੀ ਉਪਮਾ ਤੋਂ ਰਹਿਤ ਹੈ। ਇਸੇ ਕਰਕੇ ਹੀ ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਉਹ ਅਪਾਰ ਹੈ। ਦੂਸਰ ਹੋਆ ਨਾ ਕੋਈ ਹੋਏ, ਜਪ ਨਾਨਕ ਪ੍ਰਭ ਏਕੋ ਸੋਈ। ਉਹ ਆਪ ਹੀ ਆਪ ਹੈ। ਉਸ ਪਰਮਾਤਮਾ ਦੇ ਵਰਗਾ ਹੋਰ ਦੂਜਾ ਕੋਈ ਨਹੀਂ ਹੋਇਆ, ਨਾ ਹੀ ਕੋਈ ਹੋਵੇਗਾ, ਨਾ ਹੀ ਕੋਈ ਹੋਇਆ ਹੈ। ਕਹਿੰਦੇ ਇਸ ਕਰਕੇ ਇਹ ਨਾਨਕ ਉਸ ਪਰਮਾਤਮਾ ਨੂੰ ਜਪ ਕੇ ਆਪਣੇ ਮਨ ਦੇ ਵਿੱਚ ਟਿਕਾਉਣਾ ਕਰ, ਤਾਂ ਕਿ ਤੇਰੇ ਮਨ ਦੀ ਜਿਹੜੀ ਭੜਕਣਾ ਹੈ ਉਹ ਦੂਰ ਹੋ ਜਾਵੇ ਸਤਿਗੁਰੂ ਦੇ ਚਰਨਾਂ ਨਾਲ ਮਿਲ ਕੇ। ਪੌੜੀ। ਓੰ ਸਾਧ ਸਤਿਗੁਰ ਨਮਸਕਾਰਨ। ਓੰ ਇਹ ਜਿਹੜਾ ਹਿੰਦੀ ਦੀ ਵਰਣਮਾਲਾ ਦਾ ਪਹਿਲਾ ਅੱਖਰ ਹੈ,
ਓਮ। ਕਹਿੰਦੇ ਸਾਡੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਨਮਸਕਾਰ ਹੈ ਜੋ ਆਪ ਹੀ ਗੁਰੂ ਰੂਪ ਧਾਰਦਾ ਹੈ। ਓਮ ਸਾਧ ਸਤਿਗੁਰ ਨਮਸਕਾਰ। ਇੱਕੋ ਹੀ ਪਰਮਾਤਮਾ ਹੈ ਜਿਹੜਾ ਹਰ ਪਾਸੇ ਸਮਾਇਆ ਹੋਇਆ ਹੈ, ਵਸਿਆ ਹੋਇਆ ਹੈ। ਸੰਤ ਸਰੂਪ ਸੱਚੇ ਗੁਰਾਂ ਨੂੰ ਬੰਦਨਾ ਕਹਿੰਦੇ ਮੈਂ ਕਰਦਾ ਹਾਂ, ਜਿਹੜਾ ਆਪ ਹੀ ਆਪ ਪਰਿਪੂਰਨ ਹੈ। ਅੱਗੇ ਇਸੇ ਮਾਲਕ ਪਰਮਾਤਮਾ ਜੀ ਦੇ ਗੁਣ ਬਿਆਨ ਕਰ ਦਿੱਤੇ ਨੇ। ਆਦ ਮੱਧ ਅੰਤ ਨਿਰੰਕਾਰ। ਨਿਰੰਕਾਰ ਦਾ ਅਰਥ ਹੈ ਜਿਸ ਦਾ ਕੋਈ ਵੀ ਆਕਾਰ ਨਹੀਂ ਹੈ। ਨਿਰਆਕਾਰ। ਨਿਰ ਦਾ ਅਰਥ ਹੈ ਰਹਿਤ, ਕਾਰ ਦਾ ਅਰਥ ਹੈ ਆਕਾਰ। ਉਹ ਅਕਾਲ ਪੁਰਖ ਪਰਮਾਤਮਾ ਆਕਾਰ ਤੋਂ ਰਹਿਤ ਹੈ। ਅਸੀਂ ਲੋਕ ਆਕਾਰ ਦੇ ਵਿੱਚ ਹਾਂ, ਬਣੇ ਹੋਏ ਹਾਂ। ਸਕਲ ਸੂਰਜ, ਨੱਕ, ਕੰਨ, ਅੱਖ, ਮੂੰਹ, ਅਸੀਂ ਆਕਾਰ ਦੇ ਵਿੱਚ ਹਾਂ। ਇਸ ਧਰਤੀ ਸ੍ਰਿਸ਼ਟੀ ਉੱਤੇ ਜੋ ਚੀਜ਼ ਵੀ ਪੈਦਾ ਹੋਈ ਹੈ ਉਹ ਸਾਰੀ ਆਕਾਰ ਦੇ ਵਿੱਚ ਹੈ। ਜੇਕਰ ਕੋਈ ਆਕਾਰ ਤੋਂ ਰਹਿਤ ਹੈ ਤਾਂ ਉਹ ਪਰਮਾਤਮਾ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵੀ ਬਾਣੀ ਵਿੱਚ ਸਾਨੂੰ ਨਾਲ ਗੱਲ ਦੱਸੀ ਹੈ ਕਿ ਜਿਸ ਦਾ ਕੋਈ ਆਕਾਰ ਹੀ ਨਹੀਂ ਹੈ ਉਸ ਨੂੰ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ। ਉਸ ਨੂੰ ਥਾਪਿਆ ਨਹੀਂ ਜਾ ਸਕਦਾ, ਕੀਤਿਆਂ ਕਿਸੇ ਦਾ ਹੋ ਨਹੀਂ ਸਕਦਾ। ਕੋਈ ਕਹੇ ਵੀ ਮੈਂ ਪਰਮਾਤਮਾ ਨੂੰ ਬਣਾ ਲੂੰਗਾ, ਨਾ, ਬੇਵਕੂਫੀ ਹੈ। ਇਸ ਤੋਂ ਵੱਧ ਕੁਛ ਵੀ ਨਹੀਂ। ਕਿਸੇ ਮਨੁੱਖ ਦੇ ਬਣਾਇਆ ਪਰਮਾਤਮਾ ਬਣਦਾ ਨਹੀਂ ਹੈ। ਕਿਸੇ ਮਨੁੱਖ ਦੇ ਬਣਾਇਆ ਥਾਪਿਆ ਉਸ ਨੂੰ ਥਾਪਿਆ ਨਹੀਂ ਜਾ ਸਕਦਾ, ਟਿਕਾਇਆ ਨਹੀਂ ਜਾ ਸਕਦਾ। ਉਹ ਅਕਾਲ ਪੁਰਖ ਆਪ ਆਕਾਰ ਤੋਂ ਰਹਿਤ ਹੈ। ਉਹ ਨਿਰਾਕਾਰ ਰੂਪ ਹੈ, ਨਿਰੰਕਾਰ। ਜੋ ਕਹਿੰਦੇ ਆਦਿ ਵਿੱਚ ਵੀ ਹੈ, ਜਦੋਂ ਕੁਝ ਵੀ ਨਹੀਂ ਬਣਿਆ ਸੀ। ਇਹ ਜਗਤ ਦੀ ਸ਼ੁਰੂਆਤ ਜਦੋਂ ਹੋਈ ਹੈ ਉਦੋਂ ਉਹ ਆਪ ਹੀ ਆਪ ਸੀ। ਮੱਧ ਜਦੋਂ ਜਗਤ ਬਣਾ ਦਿੱਤਾ ਉਦੋਂ ਵੀ ਆਪ ਹੀ ਹੈ। ਅੰਤ ਇਸ ਸੰਸਾਰ ਦੇ ਅੰਤ ਵੇਲੇ ਵੀ ਉਹ ਪਰਮਾਤਮਾ ਪਰਿਪੂਰਨ ਹੈ। ਅਸੀਂ ਆਦਿ ਨੂੰ ਨਹੀਂ ਵੇਖਿਆ, ਅੰਤ ਨੂੰ ਵੀ ਨਹੀਂ ਵੇਖਾ। ਮੱਧ ਇਸ ਚੱਲਦੇ ਸਮੇਂ ਦੇ ਵਿੱਚ ਅਸੀਂ ਬਸ ਇਸ ਵਰਤਾਰੇ ਦੇ ਵਿੱਚ ਆਏ ਹੋਏ ਹਾਂ, ਇਸ ਦੇ ਵਿੱਚ ਰਹਿ ਰਹੇ ਹਾਂ। ਇਹ ਸਾਨੂੰ ਥੋੜ੍ਹਾ ਜਿਹਾ ਸਮਾਂ ਮਿਲਿਆ ਜਿਹਦੇ ਵਿੱਚ ਅਸੀਂ ਇਹ ਦੁਨੀਆਦਾਰੀ ਨੂੰ ਵੇਖ ਕੇ ਚਲੇ ਜਾਣਾ। ਪਰ ਉਹ ਅਕਾਲ ਪੁਰਖ ਪਰਮਾਤਮਾ ਹਰ ਵੇਲੇ ਦੇ ਵਿੱਚ, ਹਰ ਸਮੇਂ ਦੇ ਵਿੱਚ ਪਰਿਪੂਰਨ ਹੈ। ਉਹ ਸੱਚੇ ਅਕਾਲ ਪੁਰਖ ਦੇ ਵਿੱਚ ਕਦੇ ਵੀ ਕਿਸੇ ਪ੍ਰਕਾਰ ਦੀ ਕੋਈ ਘਾਟ ਖੋਟ ਨਹੀਂ ਆਉਂਦੀ। ਉਹ ਆਦਿ ਵਿੱਚ ਵੀ ਪੂਰਨ ਸੀ, ਆਦਿ ਪੂਰਨ। ਉਹ ਮੱਧ ਵਿੱਚ ਵੀ ਪੂਰਨ ਸੀ, ਮੱਧ ਪੂਰਨ। ਅੰਤ ਪੂਰਨ ਪਰਮੇਸ਼ਰਾ। ਉਹ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਆਦਿ ਮੱਧ ਅੰਤ ਹਰ ਸਮੇਂ ਦੇ ਵਿੱਚ ਪਰਿਪੂਰਨ ਹੈ। ਜਾਂ ਇਹਨੂੰ ਜੇ ਕਾਲ ਦੇ ਰੂਪ ਦੇ ਵਿੱਚ ਵੰਡਣਾ ਹੈ, ਸਮੇਂ ਦੇ ਵਿੱਚ, ਸਮੇਂ 'ਚ ਵੀ ਇਹਨੂੰ ਵੰਡ ਸਕਦੇ ਹਾਂ। ਜਿਹਦੇ ਵਿੱਚ ਵਰਤਿਆ ਜਾਂਦਾ ਹੈ ਭੂਤ, ਵਰਤਮਾਨ ਤੇ ਭਵਿੱਖ। ਭੂਤ ਕਾਲ ਪਾਸਟ, ਵਰਤਮਾਨ ਕਾਲ ਜਿਹੜਾ ਹੈ ਇਹ ਪ੍ਰੈਜੈਂਟ ਹੈ, ਤੇ ਭਵਿੱਖ ਕਾਲ ਫਿਊਚਰ, ਆਉਣ ਵਾਲਾ। ਇਹਦੇ ਵਿੱਚ ਅਸੀਂ ਇੱਕੋ ਜਿਹੇ ਨਹੀਂ ਹਾਂ। ਇਸ ਸੰਸਾਰ ਦੇ ਵਿੱਚ ਜੋ ਵੀ ਪੈਦਾ ਹੋਇਆ ਉਹ ਕੋਈ ਵੀ ਇੱਕੋ ਜਿਹਾ ਨਹੀਂ ਹੈ। ਪਹਿਲਾਂ ਕੁਝ ਹੋਰ ਸੀ, ਹੁਣ ਕੁਝ ਹੋਰ ਹੈ। ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਹੋ ਜਾਵੇਗਾ, ਕਿਉਂਕਿ ਰੰਗ ਰੂਪ, ਸ਼ਕਲ, ਅਕਲ, ਨਸਲ ਸਾਰਾ ਕੁਛ ਬਦਲਦਾ ਰਹਿੰਦਾ।
ਅਸੀਂ ਕਾਲ ਦੇ ਸਮੇਂ ਦੇ ਪ੍ਰਭਾਵ ਦੇ ਵਿੱਚ ਹਾਂ। ਪਹਿਲਾਂ ਬਚਪਨ ਸੀ, ਫਿਰ ਜਵਾਨੀ ਆਈ ਤੇ ਉਸ ਤੋਂ ਬਾਅਦ ਬੁਢੇਪਾ ਆਉਣਾ ਸ਼ੁਰੂ ਹੋ ਗਿਆ। ਇਸ ਦੇ ਵਿੱਚੋਂ ਅਸੀਂ ਲੰਘ ਕੇ ਜਾ ਰਹੇ ਹਾਂ, ਪਰ ਅਕਾਲ ਪੁਰਖ ਪਰਮਾਤਮਾ ਦੇ ਉੱਪਰ ਇਹ ਸਮਾਂ ਨਹੀਂ ਆਉਂਦਾ, ਪ੍ਰਭਾਵ ਨਹੀਂ ਆਉਂਦਾ। ਉਹ ਇਸ ਸਮੇਂ ਤੋਂ, ਪ੍ਰਭਾਵ ਤੋਂ ਬਾਹਰ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਅਕਾਲ ਪੁਰਖ ਪਰਮਾਤਮਾ ਦੇ ਗੁਣ ਬਿਆਨ ਕੀਤੇ, ਉਹਨਾਂ ਵਿੱਚ ਇਹ ਗੁਣ ਵੀ ਨਾਲ ਹੀ ਬਿਆਨ ਕੀਤਾ। ਕਹਿੰਦੇ ਅਕਾਲ ਮੂਰਤ, ਪਰਮਾਤਮਾ ਦੀ ਹਸਤੀ ਹੈ ਜਿਹੜੀ ਮੂਰਤੀ ਹੈ। ਪਰਮਾਤਮਾ ਦੀ ਹਸਤੀ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ, ਬਾਹਰ ਹੈ। ਪਰਮਾਤਮਾ ਦੇ ਉੱਪਰ ਸਮਾਂ ਨਹੀਂ ਲਾਗੂ ਹੁੰਦਾ। ਇਸੇ ਕਰਕੇ ਉਹ ਅਜੂਨੀ ਹੈ, ਜੂਨਾਂ ਵਿੱਚ ਨਹੀਂ ਆਉਂਦਾ ਪਰਮਾਤਮਾ। ਪਰਮਾਤਮਾ ਜਨਮ ਨਹੀਂ ਲੈਂਦਾ। ਪ੍ਰਗਟ ਪ੍ਰਕਾਸ਼ ਰੂਪ ਤੇ ਹੋ ਸਕਦਾ ਹੈ। ਆਪਣੀ ਬਖਸ਼ਿਸ਼, ਕਲਾ, ਮਿਹਰ ਜਿਹੜੀ ਹੈ ਉਹ ਕਿਸੇ ਉੱਤੇ ਕਰਕੇ ਪ੍ਰਗਟ ਤੇ ਹੈ। ਪਰ ਜੇ ਕਹੀਏ ਵੀ ਪਰਮਾਤਮਾ ਹੀ ਆ ਕੇ ਕਿਸੇ ਮਾਂ ਦੀ ਕੁੱਖ ਤੋਂ ਜਨਮ ਲਵੇਗਾ, ਸਤਿਗੁਰੂ ਕਹਿੰਦੇ ਨਹੀਂ। ਸੋ ਮੁਖ ਜਲੋ ਜਿਤ ਕਹੈ ਠਾਕੁਰ ਜੂਨੀ ਆਵੇ। ਉਹ ਮੁਖ ਮੱਚ ਜਾਣਾ ਚਾਹੀਦਾ ਜਿਹੜਾ ਇਹ ਗੱਲ ਕਹਿੰਦਾ ਵੀ ਪਰਮਾਤਮਾ ਜੂਨਾਂ ਵਿੱਚ ਆਉਂਦਾ ਹੈ। ਪਰਮਾਤਮਾ ਨਹੀਂ ਆਉਂਦਾ। ਇਹ ਪਰਮਾਤਮਾ ਦੇ ਅੰਸ਼ ਨੇ, ਪਰਮਾਤਮਾ ਦੀ ਜੋਤ ਹੈ ਜਿਹੜੀ ਪਰਮਾਤਮਾ ਦੇ ਖੇਡੇ ਦੇ ਵਿੱਚ ਸੰਸਾਰ ਚੱਲ ਰਿਹਾ ਹੈ। ਹੁਣ ਇਸ ਸਮਾਜ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਨੇ ਆਪਣੀ ਬਖਸ਼ਿਸ਼, ਮਿਹਰ, ਦੇਖੋ ਨਾ ਭਾਈ ਗੁਰਦਾਸ ਜੀ ਨੇ ਵੀ ਲਿਖਣਾ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਪਹਿਲਾਂ ਬਖਸ਼ਿਸ਼ ਦਾ ਦਰ ਪ੍ਰਾਪਤ ਕੀਤਾ ਹੈ। ਬਖਸ਼ਿਸ਼ ਦਾ ਦਰ ਕੀ ਹੈ? ਪੂਰਨ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਅੰਦਰ ਪ੍ਰਗਟ ਕੀਤਾ ਹੈ। ਤੇ ਜਦੋਂ ਪੂਰਨ ਪਰਮਾਤਮਾ ਅੰਦਰ ਪ੍ਰਗਟ ਹੋ ਜਾਂਦਾ ਨਾ ਮਨ ਦੇ ਵਿੱਚ, ਫਿਰ ਉਦੋਂ ਇਹ ਸੋਝੀ ਆ ਜਾਂਦੀ ਹੈ ਵੀ ਅਕਾਲ ਪੁਰਖ ਪਰਮਾਤਮਾ ਸਮੇਂ ਦੇ ਪ੍ਰਭਾਵ ਤੋਂ ਬਾਹਰ ਹੈ। ਉਹ ਆਦਿ ਵਿੱਚ ਵੀ ਹੈ, ਮੱਧ ਵਿੱਚ ਵੀ ਹੈ, ਅੰਤ ਵਿੱਚ ਵੀ ਪਰਿਪੂਰਨ ਹੈ। ਤੇ ਉਹ ਹੈ ਵੀ ਕੀ? ਨਿਰੰਕਾਰ, ਆਕਾਰ ਤੋਂ ਰਹਿਤ। ਆਪੇ ਸੁਨ ਆਪੇ ਸੁਖ ਆਸਣ, ਆਪੇ ਸੁਨਤ ਆਪ ਹੀ ਜਾਸਨ। ਹੁਣ ਕਹਿੰਦੇ ਆਪੇ ਸੁਨ, ਸੁਨ ਦਾ ਅਰਥ ਹੈ ਵੀ ਜਿੱਥੇ ਕੁਝ ਵੀ ਨਾ ਹੋਵੇ, ਜਿੱਥੇ ਕੁਝ ਵੀ ਨਾ ਹੋਵੇ ਉਹਨੂੰ ਕਿਹਾ ਜਾਂਦਾ ਸੁੰਨ। ਆਪਾਂ ਕਹਿੰਦੇ ਬੜੀ ਸੁੰਨ ਸਰਾਏ ਇੱਥੇ, ਭਾਵ ਕਿ ਉਹ ਥਾਂ, ਉਹ ਜਗ੍ਹਾ ਜਿੱਥੇ ਸਾਰਾ ਕੁਛ ਬਿਲਕੁਲ ਹੀ ਸੁੰਨ ਹੋਵੇ, ਸ਼ਾਂਤੀ ਹੋਵੇ, ਟਿਕਾ ਹੋਵੇ, ਜਿੱਥੇ ਕੁਝ ਵੀ ਨਹੀਂ ਹੈ। ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਆਪ ਹੀ ਸੁੰਨ ਹੈ, ਭਾਵ ਕਿ ਇਕੱਲਾ ਹੈ, ਇਕੱਲ ਰੂਪ ਦੇ ਵਿੱਚ ਟਿਕਿਆ ਹੋਇਆ ਹੈ। ਉਹਦੇ ਆਸੇ ਪਾਸੇ ਜਿਵੇਂ ਇੱਥੇ ਕੁਰਪਲ ਹੁੰਦੀ ਹੈ ਨਾ, ਉੱਥੇ ਕੁਝ ਨਹੀਂ ਹੁੰਦਾ। ਇਸੇ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਥਾਂ ਹੋਰ ਵੀ ਬਖਸ਼ਿਸ਼ ਕੀਤੀ ਹੈ। ਕਹਿੰਦੇ ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਸੋ ਕੈਸੇ। ਸੁਨ ਮੰਡਲ, ਮੰਡਲ ਦਾ ਅਰਥ ਹੈ ਉਹ ਦੇਸ਼, ਉਹ ਥਾਂ ਜਿੱਥੇ ਸੁੰਨ ਪਸਰੀ ਹੋਈ ਹੈ, ਜਿੱਥੇ ਕੋਈ ਰੌਲਾ ਨਹੀਂ ਹੈ, ਰੱਪਾ ਨਹੀਂ ਹੈ। ਇੱਥੇ ਤੇ ਇੱਕ ਬੰਦੇ ਨੂੰ ਗੱਲ ਕਰਨੀ ਔਖੀ ਹੋ ਜਾਂਦੀ ਹੈ, ਕਿਉਂਕਿ ਚਾਰ ਆਸੇ ਪਾਸੇ ਉਹਨੂੰ ਟੋਕਣ ਵਾਲੇ, ਕੱਟਣ ਵਾਲੇ, ਰੌਲਾ ਪਾਉਣ ਵਾਲੇ ਹੋ ਜਾਂਦੇ ਨੇ। ਇੱਕ ਬੰਦੇ ਨੂੰ ਬੈਠ ਕੇ ਆਪਣਾ ਧਿਆਨ ਜੋੜਨਾ ਔਖਾ ਹੋ ਜਾਂਦਾ, ਆਸੇ ਪਾਸੇ ਰੌਲਾ ਪੈਂਦਾ। ਇਸੇ ਕਰਕੇ ਜਿਹੜਾ ਸਾਨੂੰ ਸਮਾਂ ਬਖਸ਼ਿਆ ਨਾ, ਉਹ ਇਹ ਅੰਮ੍ਰਿਤ ਵੇਲਾ ਤੇ ਉਧਰੋਂ ਸੂਰਜ ਛਿਪਣ ਤੋਂ ਬਾਅਦ ਦਾ ਸਮਾਂ ਸਾਨੂੰ ਜੁੜਨ ਲਈ ਸਤਿਗੁਰੂ ਨੇ ਸਪੈਸ਼ਲ ਕਿਹਾ ਵੀ ਇਸ ਵਿੱਚ ਜੁੜੋ। ਸਿਆਣੇ ਦਾਨਿਆਂ ਪੁਰਖਿਆਂ ਨੇ ਵੀ ਇਹੀ ਗੱਲ ਜਿਹੜੀ ਆਪਣੀ ਅਕਲ ਦੇ ਦੁਆਰਾ
ਪ੍ਰਾਪਤ ਕੀਤੀ ਹੈ, ਕਿਉਂਕਿ ਬਾਕੀ ਜਦੋਂ ਦਿਨ ਚੜ੍ਹ ਗਿਆ ਉਸ ਤੋਂ ਬਾਅਦ ਤੇ ਆਵਾਜਾਈ ਸ਼ੁਰੂ ਹੈ, ਮਨੁੱਖ ਦੀ ਭਟਕਣਾ ਸ਼ੁਰੂ ਹੋ ਜਾਂਦੀ ਹੈ, ਕੰਮਕਾਰ ਸਾਰਾ ਕੁਝ ਸ਼ੁਰੂ ਹੋ ਜਾਂਦਾ। ਪਰ ਉਸ ਤੋਂ ਪਹਿਲਾਂ ਇਹ ਜਿਹੜਾ ਮਾਹੌਲ ਹੈ ਇਹ ਬਿਲਕੁਲ ਸ਼ਾਂਤਮਈ ਹੈ, ਜਿੱਥੇ ਚਾਰੇ ਪਾਸੇ ਸੁੰਨੀ ਪਸਰੀ ਹੁੰਦੀ ਹੈ, ਸੁੱਤੇ ਪਏ ਜੀ ਜੰਤ ਜਾਨਵਰ ਸਭ। ਇਸੇ ਕਰਕੇ ਪਹਿਲ ਰਾਤ ਰਹਿੰਦੀ ਜਿਹੜਾ ਜਾਗਣ ਦਾ ਸਾਨੂੰ ਸਮਾਂ ਹੈ। ਤੇ ਉਹਦੇ ਵਿੱਚ ਕੀ ਹੈ ਵੀ ਬਿਲਕੁਲ ਇਕਾਗਰ ਚਿੱਤ ਹੋ ਕੇ ਪਰਮਾਤਮਾ ਦੇ ਵਿੱਚ ਧਿਆਨ ਜੋੜਨਾ। ਬਾਅਦ ਵਿੱਚ ਹੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਾਅਦ ਵਿੱਚ ਹੈ। ਪਹਿਲਾਂ ਤੇ ਉੱਠਣ ਸਾਰੀ ਸਤਿਗੁਰੂ ਕਹਿੰਦੇ ਵੀ ਗੁਰ ਸਤਿਗੁਰ ਕਾਰਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਉੱਠਣ ਸਾਰ ਨਾਮ ਦੇ ਵਿੱਚ ਜੁੜਨਾ, ਭਲ ਕੇ ਉੱਠਣਾ, ਪਹਿਰ ਰਹਿੰਦੇ। ਫਿਰ ਉਸ ਤੋਂ ਬਾਅਦ ਨਾਮ ਜਪਣ ਤੋਂ ਬਾਅਦ ਆਪਣੀ ਸਰੀਰਕ ਕਿਰਿਆਵਾਂ ਕਰਨ ਤੋਂ ਬਾਅਦ ਫਿਰ ਕੀ ਹੈ, ਫਿਰ ਉਸ ਤੋਂ ਬਾਅਦ ਚੜ੍ਹੇ ਦਿਵਸ ਗੁਰਬਾਣੀ ਗਾਵੇ। ਫਿਰ ਜਦੋਂ ਦਿਨ ਚੜ੍ਹ ਜਾਂਦਾ ਤੇ ਉਹ ਸਮੇਂ ਦੇ ਵਿੱਚ ਫਿਰ 5 ਤੋਂ 7 ਪਹਿਲਾ ਪਹਿਰ ਦਿਨ ਦਾ, ਇਹਦੇ ਵਿੱਚ ਕੀ ਹੈ ਕਹਿੰਦੇ ਇਹਦੇ ਵਿੱਚ ਬਾਣੀ ਨੂੰ ਗਾਵੇ, ਪੜ੍ਹੇ ਸੁਣੇ, ਸੰਗਤ ਕਰੇ, ਬਾਣੀ ਦੀ ਵਿਚਾਰ ਕਰਨ, ਜੋ ਆਪਾਂ ਨਿਤਾਂ ਪ੍ਰਤੀ ਹੁਕਮ ਦੇ ਅਧੀਨ ਰਹਿ ਕਰਦੇ ਹਾਂ। ਕਿਉਂਕਿ ਇੱਥੇ ਅਸੀਂ ਫਿਰ ਇਹ ਗੱਲਾਂ ਬਹਿ ਕੇ ਆਪਸ ਵਿੱਚ ਸੰਗਤੀ ਰੂਪ ਦੇ ਵਿੱਚ ਕਰਨੀਆਂ ਨੇ ਵੀ ਕਰਨਾ ਕੀ ਹੈ, ਕਿਵੇਂ ਕਰਨਾ। ਤੇ ਜਪਜੀ ਸਾਹਿਬ ਦੇ ਵਿੱਚ ਵੀ ਪਾਤਸ਼ਾਹ ਜੀ ਨੇ ਜਦੋਂ ਨਾਲ ਹੀ ਦੱਸ ਦਿੱਤਾ ਵੀ ਚਾਹੀਦਾ ਕੀ ਹੈ। ਸਤਿਗੁਰੂ ਕਹਿੰਦੇ ਕੁਛ ਵੀ ਨਹੀਂ ਚਾਹੀਦਾ। ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਕੀ ਅੱਗੇ ਰੱਖਿਆ ਜਾਵੇ, ਜਿਸ ਦੇ ਕਰਕੇ ਮੈਂ ਤੇਰੇ ਦਰਬਾਰ ਦੇ ਵਿੱਚ ਦਿਸ ਪਵਾਂ, ਤੇਰੇ ਦਰ ਤੇ ਕਬੂਲ ਪੈ ਸਕਾਂ। ਮਹਾਂ ਕੇ ਬੋਲਣ ਬੋਲੀਏ, ਮੂੰਹ ਤੋਂ ਕਿਹੜਾ ਬੋਲ ਬੋਲਾਂ, ਜਿਤ ਸੁਣ ਧਰੇ ਪਿਆਰ। ਜਿਸ ਨੂੰ ਸੁਣ ਕੇ ਪ੍ਰਮਾਤਮਾ ਜੀ ਤੂੰ ਮੇਰੇ ਤੇ ਪਿਆਰ ਰੱਖੇ, ਕਿਰਪਾ ਰੱਖੀ। ਕੋਈ ਸਤਿਗੁਰੂ ਨੇ ਉੱਥੇ ਮੰਗ ਨਹੀਂ ਕੀਤੀ ਵੀ ਭਾਈ ਤੂੰ ਆਹ ਚੀਜ਼ ਲੈ ਕੇ ਆ, ਇੱਦਾਂ ਦਾ ਬਣ ਕੇ ਆ, ਉੱਦਾਂ ਦਾ ਬਣ ਕੇ ਆ, ਕੱਪੜੇ ਇਹ ਜਿਹੇ ਪਾ ਕੇ ਆਉਣੇ ਆ, ਆਹ ਨਹੀਂ ਪਾ ਕੇ ਆਉਣੇ, ਆਹ ਰੰਗ ਨਹੀਂ ਪਾਉਣਾ, ਆਹ ਰੰਗ ਪਾਉਣਾ, ਕਿਤੇ ਵੀ ਨਹੀਂ ਕਿਹਾ। ਕਿਹਾ ਕੀ ਹੈ ਸਿਰਫ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸੱਚੇ ਨਾਮ ਦੇ ਨਾਲ ਜੁੜ ਕੇ ਪਰਮਾਤਮਾ ਦੀ ਸਿਫਤ ਸਲਾਹ ਗਾਉਣੀ, ਵਡਿਆਈ ਕਰਨੀ, ਵਿਚਾਰ ਕਰਨੀ, ਆਹੀ ਕੁਛ ਕਿਹਾ। ਹੋਰ ਤੇ ਗੁਰੂ ਨੇ ਕੁਛ ਮੰਗੇ ਹੀ ਨਹੀਂ। ਹਾਂ, ਹੋਰ ਚੀਜ਼ਾਂ ਵਸਤਾਂ ਪਦਾਰਥ ਤੇ ਅਸੀਂ ਸੰਗਤਾਂ ਦੇ ਲਈ ਕੁਛ ਲੰਗਰ ਦੇ ਵਿੱਚ ਲਿਆ ਕੇ ਵਰਤਾ ਸਕਦੇ, ਉਹ ਸੰਗਤਾਂ ਦੇ ਲਈ ਹੈ। ਤੇ ਫਿਰ ਦੂਜਾ ਪੱਖ ਹੈ ਵੀ ਗੁਰੂ ਦਾ ਦਰਬਾਰ ਸੋਹਣਾ ਲੱਗੇ, ਇਸ ਦਰਬਾਰ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਜਾਂ ਉੱਥੇ ਦੇਖ ਕੇ ਆਸਾ ਪਾਸਾ ਵੀ ਕੀ ਚੀਜ਼ ਦੀ ਜ਼ਰੂਰਤ ਹੈ, ਗੁਰੂ ਦਰਬਾਰ ਦੀ ਸ਼ੋਭਾ ਜਿਸ ਨਾਲ ਵਧੇ ਉਹ ਚੀਜ਼ ਲੈ ਆਉਣੀ, ਠੀਕ ਹੈ, ਮੁਬਾਰਕ ਹੈ। ਪਰ ਜੇਕਰ ਇਹ ਕਹਾਂਗੇ ਵੀ ਇਹਨਾਂ ਚੀਜ਼ਾਂ ਵਸਤਾਂ ਦੇ ਨਾਲ ਵੀ ਸਾਡਾ ਨਾਮ ਜਪੇ ਤੋਂ ਬਿਨਾਂ ਸਰ ਜੂਗਾ, ਨਹੀਂ ਭਾਈ, ਨਾਮ ਤੇ ਜਪਣਾ ਹੀ ਪੈਣਾ ਹੈ। ਪਰਮਾਤਮਾ ਦੀ ਸਿਫਤ ਸਲਾਹ ਵਡਿਆਈ ਗਾਉਣੀ ਪੈਣੀ ਹੈ। ਉਹਦੀਆਂ ਤਾਂ ਵਡਿਆਈਆਂ ਹੀ ਵੱਡੀਆਂ ਨੇ ਨਾ ਪਰਮਾਤਮਾ ਦਾ, ਉਹਨੂੰ ਗਾਉਣ ਲਈ ਤੇ ਸਾਡੇ ਕੋਲ ਸਮਾਂ ਹੀ ਬਹੁਤ ਥੋੜ੍ਹਾ। ਉਹਦੀ ਵਡਿਆਈ ਬਹੁਤ ਵੱਡੀ ਹੈ, ਸਾਡੇ ਕੋਲ ਉਨਾ ਸਮਾਂ ਨਹੀਂ ਹੈ ਵੀ ਉਹਦੀ ਐਡੀ ਵੱਡੀ ਵਡਿਆਈ ਨੂੰ ਅਸੀਂ ਇਸ ਮਨੁੱਖਾ ਜਨਮ ਦੇ ਵਿੱਚ ਗਾ ਸਕੀਏ। ਇਹ ਤੇ ਇਹ ਹੈ ਵੀ ਬਸ ਜਿੰਨਾ ਕੁ ਹੋ ਸਕਦਾ ਭਾਈ ਉਨਾ ਵੱਧ ਤੋਂ ਵੱਧ ਕਮਾਲ ਹੈ, ਵੱਧ ਤੋਂ ਵੱਧ ਗਾਲ ਹੈ। ਸਵਾਸਾਂ ਦਾ ਧਨ ਅਜਾਈਂ ਵਿਅਰਥ ਜਾ ਰਿਹਾ ਹੈ, ਕਿਤੇ ਇਹ ਨਾ ਹੋਵੇ ਵੀ ਇਹ ਮੁੜ ਕੇ ਤੂੰ ਵੇਖਦਾ ਹੀ ਰਹਿ ਜਾਵੇਂ ਵੀ ਕੀ ਬਣ ਗਿਆ।
सतगुरु ने इस वाले पासे ध्यान दवाया सानू, तां ही पातशाह जी ने सानू दस्सिया है भी भाई ये तैनू जन्म ना एवें इधर उधर फिरन लई नहीं मिलिया। क्योंकि मनुखे भुलेखे विच ना भी शायद इधर घूम ले उधर घूम ले, आ कर लिया ओ कर लिया, खचत होए पे असीं दुनियावी सारे कंमां कारां दे विच। ते जदों नाम की गल आउंदी है, नहीं टाइम ही नहीं है। जिस दे लई शरीर मिलिया सी, जिस दे लिए जन्म मिलिया सी, उसे काम दे लिए समा नहीं है, टाइम नहीं है। पर होर जिहड़े काम सी उन्हां दे लिए समा बहुत है। एक नाम जपना ही जिहड़ा है मनुख दे जीवन दे विच औखी घड़ी बन जाता है। 5 मिनट बैठने दुबर हो जाते ने भी हुण उठीए कदों, चलीए किवें, कोई बहाना जा मिल जाए, कोई नेड़े आसे पासे वाली ना, आसे पासे ध्यान हुंदा भी कोई एक अद्धा मेरे कोलों ही उठ खड़े ना, मैं नाल ही मैं उठ के लंघ जूं, भी नहीं कल्ला जे मैं उठिया भी मैनूं ऐ ना कहना भी उठ के वग गया। नहीं भाई ये तो अपने मन की अपनी सोच है, इनू बदलना पैना। देखो ना भगत साहिबान जी ने इसे करके कहा, कहते भी सिमरन कर किन्ना, एक घड़ी, आधी घड़ी, आदि हूँ से आद, भगतन सेती गोष्ठे जो कीने सो लाभ। एक घड़ी कहते चलो भी छड्ड दे, अद्धी घड़ी कहते अद्धी चों भी अद्धी कर ले, आदि हूँ ते आद, अद्धी भी कर ले उहदे विचों भी, कहते कोई गल नहीं, इन्ना कोई समा कढ लै, यही तेरे बाकी समय नूं तार देवेगा, पार लगा देवेगा। पर वो तदों होवेगा जदों असीं बिल्कुल शंकियां तो रहत होके, बाहरी दिखावियां तो रहत होके परमात्मा दे नाम दे विच जुड़ांगे। वो आप परमात्मा सुन है, आपे सुख आसन, सुख आसन बना वो अडोल बैठा है। बिल्कुल अडोल का अर्थ है जिथे डोलना नहीं है, अडोल स्थिर टिका दे विच। उस परमेश्वर दे नाम दे विच जुड़ के असीं भी टिकना है, क्योंकि सानू उस परमेश्वर ने भी अपने आसन दे वांग टिका देना है, जो सुख स्वरूप दे विच सदा टिकिया हुंदा है। आपे सुन्नत आप ही जासन, जासन का अर्थ है जस, अपनी शोभा सुनन वाला, सुनत सुनत का अर्थ है सुनना, आपे सुनत आप, आपे ही वो परमात्मा जासन, जस करन वाला है। उस परमात्मा की तदों ही अपनी शोभा सुनने वाला वो आप ही होता है। बैठा ते अंदर वही है ना, आपे रसिया आप रस आपे रावणहार, आप ही है, सारा बरतारा उसे परमात्मा का है। वो अंदर बैठा नाम जपाउण वाला भी वही है, जपण वाला भी वही है, सुनने वाला भी वही है, सुन के उस विच भिजण वाला भी वही है। इधर देखो ना सामने जी पंक्ति आप पहला पढ़ी है भी आपे रसिया आप रस आपे रावणहार, आपे रसिया की है फुल, आप रस उस फुल दे विच आप ही रस बनिया होया परमेश्वर। आपे रावणहार भौरा बन के भौरे विच बैठा भी परमात्मा ही आ रहा, आपे ही उन्होंने चूस रहा है। परमात्मा दे वरतारे नूं जेकर डूंघाई विच जाके वेखीए ना, सतगुरु पातशाह जी ने ही सृष्टि दे विचों बीज फुल बनिया, उस फुल दे विच फिर आप ही धरती तो तत्त लैके चंद्रमा की रोशनी लैके सूरज दीयां किरनां लैके रस भर दिता, आप दा ही पसारा ना परमात्मा का।
ਤੇ ਹੁਣ ਜਦੋਂ ਫੁੱਲ ਬਣ ਗਿਆ ਉਹਦੇ ਵਿੱਚ ਰਸ ਵੀ ਬਣ ਗਿਆ ਆਪੇ, ਕੁਦਰਤ ਕਰਕੇ ਵਸਿਆ ਸੋਇਆ, ਆਪੇ ਆਪ ਹੈ ਉਹ ਪਰਮਾਤਮਾ। ਤੇ ਫਿਰ ਭੌਰੇ ਦੇ ਵਿੱਚ ਵੀ ਜੀਆਂ ਜਨਤਾ ਨੂੰ ਪੈਦਾ ਪਰਮਾਤਮਾ ਨੇ ਕੀਤਾ ਹੈ। ਉਹ ਭੌਰੇ ਦੇ ਵਿੱਚ ਵੀ ਆਪ ਹੀ ਬੈਠਾ ਹੈ। ਤੇ ਜਦੋਂ ਭੌਰਾ ਦੂਰੋਂ ਉੱਡ ਕੇ ਆਉਂਦਾ ਹੈ ਉਹ ਮਕਰੰਦ ਨੂੰ ਚੂਸ ਲੈਂਦਾ ਹੈ। ਫਿਰ ਭੌਰਾ ਬਾਕੀ ਕੰਮ ਭੁੱਲ ਜਾਂਦਾ ਹੈ। ਫਿਰ ਤਾਂ ਉਹ ਸਿੱਧਾ ਫੁੱਲ ਦੇ ਵਿਚਕਾਰ ਆ ਕੇ ਬਹਿ ਜਾਂਦਾ, ਟਿਕ ਜਾਂਦਾ। ਟਿਕ ਕੇ ਕੀ ਕਰਦਾ? ਫਿਰ ਉਸਨੂੰ ਚੂਸੀ ਜਾਂਦਾ, ਰਸ ਨੂੰ ਮਾਣਨ ਲੱਗ ਪੈਂਦਾ। ਕਿਉਂਕਿ ਜਿਹੜਾ ਰਸ ਹੈ ਪਰਮੇਸ਼ਰ ਦੇ ਨਾਮ ਦਾ, ਉਹ ਸਭ ਤੋਂ ਵੱਧ ਸੁਖਦਾਇਕ ਹੈ। ਉਸ ਪਰਮਾਤਮਾ ਦੇ ਰਸ ਦੇ ਸਾਹਮਣੇ ਦੂਜੀ ਕੋਈ ਚੀਜ਼ ਵੀ ਓਨੀ ਰਸ ਭਰੀ ਨਹੀਂ ਹੈ ਜਿੰਨਾ ਪਰਮੇਸ਼ਰ ਦਾ ਨਾਮ ਹੈ। ਭਗਤ ਸਾਹਿਬਾਨ ਜੀ ਨੇ ਵੀ ਦੱਸਿਆ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਪਰਮਾਤਮਾ ਦੇ ਰਸ ਦੇ ਬਰਾਬਰ ਨਹੀਂ ਪੁੱਜ ਸਕਦੀਆਂ, ਪਹੁੰਚ ਸਕਦੀਆਂ। ਠੀਕ ਹੈ, ਭਗਤ ਜੀ ਕਹਿੰਦੇ ਵੀ ਠੀਕ ਹੈ, ਮਿੱਠਾ ਹੈ ਬਹੁਤ, ਸ਼ੱਕਰ ਬਹੁਤ ਮਿੱਠੀ ਹੈ, ਖੰਡ ਮਿੱਠੀ ਹੈ, ਗੁੜ ਮਿੱਠਾ ਹੈ, ਸਾਰਾ ਕੁਝ ਮਿੱਠਾ ਹੈ, ਦੁੱਧ ਵੀ ਮਿੱਠਾ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ। ਬਹੁਤ ਚੰਗੀ ਗੱਲ ਹੈ, ਮਿੱਠੀਆਂ ਨੇ, ਪਰ ਪਰਮੇਸ਼ਰ ਦੇ ਨਾਮ ਦੇ ਸਾਹਮਣੇ ਮਿੱਠਾ ਕੁਛ ਵੀ ਨਹੀਂ ਹੈ। ਬਾਕੀ ਸਾਰੀ ਮਿਠਾਸ ਤੋਂ ਉੱਪਰ ਪਰਮਾਤਮਾ ਦਾ ਨਾਮ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਨਾਮ ਰਸ ਪੀਆ ਰੇ। ਪਰਮੇਸ਼ਰ ਦਾ ਨਾਮ ਰੂਪੀ ਰਸ ਪੀਣ ਦੇ ਨਾਲ ਬਾਕੀ ਦੂਜੇ ਰਸ ਨੇ ਜਿਹੜੇ ਉਹ ਮਿਟ ਜਾਂਦੇ ਨੇ, ਕੱਟੇ ਜਾਂਦੇ ਨੇ। ਇਸੇ ਕਰਕੇ ਉਹ ਸੁੱਖ ਆਸਣ ਹੈ, ਸੁੱਖ ਹੈ। ਉੱਥੇ ਪਰਮਾਤਮਾ ਦੇ ਘਰ ਦੇ ਵਿੱਚ ਸਦਾ ਹੀ ਸੁੱਖ ਵਸਦਾ ਹੈ। ਤੇ ਉਹ ਜਦੋਂ ਪਰਮੇਸ਼ਰ ਆਪ ਬਿਲਕੁਲ ਟਿਕਾ ਦੇ ਵਿੱਚ ਸੁਰਖੜੂ ਹੋ ਕੇ ਆਸਣ ਲਾ ਕੇ ਬੈਠਾ, ਤੇ ਉਵੇਂ ਹੀ ਅਸੀਂ ਉਸ ਆਸਣ ਵਿੱਚ ਟਿਕਣਾ ਹੈ। ਆਪੇ ਸੁਣਤ ਆਪ ਹੀ ਜਾਸਣ, ਆਪ ਹੀ ਸੁਣਦਾ ਹੈ ਆਪਣਾ ਜਸ। ਕਿਉਂਕਿ ਜਸ ਕਰਨ ਵਾਲਾ ਵੀ ਆਪ ਹੀ ਹੈ, ਸੁਣਨ ਵਾਲਾ ਵੀ ਆਪ ਹੀ ਹੈ। ਜਦੋਂ ਜੀਭ ਤੋਂ ਜਪਾਂਗੇ, ਕੰਨਾਂ ਨਾਲ ਸੁਣਾਂਗੇ, ਇਹਦੇ ਵਿੱਚ ਪਰਮਾਤਮਾ ਬੈਠਾ ਸਰੀਰ ਦੇ ਵਿੱਚ ਆਤਮਾ ਰੂਪ ਦੇ ਵਿੱਚ ਅੰਦਰੋਂ ਜਪਾ ਰਿਹਾ ਹੈ, ਆਪ ਹੀ ਸੁਣ ਰਿਹਾ ਹੈ। ਜਪ ਰਿਹਾ ਸੁਣ ਰਿਹਾ, ਜਪ ਰਿਹਾ ਸੁਣ ਰਿਹਾ, ਇਹੀ ਕਿਰਿਆ ਚੱਲਦੀ ਪਈ ਹੈ। ਆਪੇ ਸੁਣਤ ਆਪ ਹੀ ਜਾਸਣ, ਆਪਣ ਆਪ ਆਪੇ ਉਪਾਇਓ। ਆਪਣੇ ਆਪ ਨੂੰ ਦਿਸ ਦੇ ਸਰੂਪ ਦੇ ਵਿੱਚ ਲੈ ਕੇ ਆਉਣ ਦੇ ਲਈ ਉਹ ਪਰਮਾਤਮਾ ਆਪ ਹੀ ਹੈ। ਦਿਸ ਦਾ ਰੂਪ ਕੀ ਹੈ? ਸਰਗੁਣ। ਸਰਗੁਣ ਦਾ ਅਰਥ ਹੈ ਜਿੰਨੀ ਦਿਸਣ ਵਾਲੀ ਹੈ ਸ੍ਰਿਸ਼ਟੀ ਹੈ। ਸਭ ਮਹਿ ਜੋਤ, ਜੋਤ ਹੈ ਸੋਏ। ਕਿਹਦੀ ਜੋਤ ਆ? ਦਿਸਦਾ ਚਾਨਣ, ਸਭ ਮਹਿ ਚਾਨਣ ਹੋਏ। ਪਰਮੇਸ਼ਰ ਦੀ ਜੋਤ ਹੀ ਸਾਰਿਆਂ ਵਿੱਚ ਵਸੀ ਹੋਈ ਹੈ। ਪਰਮੇਸ਼ਰ ਬਹੁ ਰੂਪ ਹੋ ਕੇ ਹਰ ਥਾਂ ਦੇ ਉੱਤੇ ਵਸਿਆ ਹੋਇਆ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਹਰ ਪਰਮੇਸ਼ਰ ਆਪ ਹੀ ਸਾਰੇ ਕਿਤੇ ਵਸਿਆ ਹੋਇਆ, ਰਮਿਆ ਹੋਇਆ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰਹੇ। ਸਾਰੇ ਕਿਤੇ ਪਰਮੇਸ਼ਰ ਹੀ ਹੈ। ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਬੀਠਲ ਦਾ ਅਰਥ ਹੈ ਪਰਮਾਤਮਾ। ਕਹਿੰਦੇ ਇੱਥੇ ਵੀ ਪਰਮਾਤਮਾ, ਅੱਗੇ ਜਿੱਥੇ ਦੇਖਾਂਗੇ ਉੱਥੇ ਵੀ ਪਰਮਾਤਮਾ। ਕਹਿੰਦੇ ਗੱਲ ਹੀ ਮੰਗਾਓ, ਇਹਦਾ ਗੱਲ ਹੀ ਭੁਲਾ ਦਿਓ। ਜੀਵਨ ਦੇ ਵਿੱਚੋਂ ਵੀ ਪਰਮਾਤਮਾ ਹੈ ਕਿੱਥੇ? ਨਹੀਂ, ਹਰ ਥਾਂ ਦੇ ਉੱਤੇ ਪਰਮਾਤਮਾ ਵਸਿਆ ਹੋਇਆ। ਉਹ ਆਪੇ ਨਾਮ ਕਰਕੇ ਨਾਮਣੇ ਦੇ ਵਿੱਚ ਆਪ ਵਸਿਆ ਜੋਤ ਰੂਪ ਹੋ ਕੇ। ਇਸ ਕਰਕੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਵੀ ਥਾਂ, ਕੋਈ ਵੀ ਜਗ੍ਹਾ ਜਿਹੜੀ ਹੈ ਉਹ ਖਾਲੀ ਨਹੀਂ ਹੈ। ਉਹ ਪਰਮੇਸ਼ਰ ਆਪ ਹੀ ਆਪ ਹਰ ਥਾਂ ਉੱਪਰ ਵਸਿਆ ਹੋਇਆ ਹੈ। ਆਪੇ ਬਾਪ ਆਪ ਹੀ ਮਾਇਓ, ਆਪ ਹੀ ਉਹ ਬਾਪ ਹੈ। ਬਾਪ ਦਾ ਅਰਥ ਹੈ ਪਿਓ।
आप ही अपनी माँ है, आप ही अपना पिता है। उसनों किसी ने भी पैदा नहीं किया, क्योंकि फिर तो वो जम्मण मरण दे विच है जेकर उन्होंने कोई पैदा करेगा। इसे करके अपने आप विच है, आप ही वो माँ है, आप ही अपना बाप है। ਉਹਦਾ कोई दुनियावी साडे वांगू बाप माँ कोई वखरे नहीं हैं, वो आपे आप है। इसे करके उस परमात्मा जी के गुण नूं सैभंग जां सोहंग कहा गया है। ਉਹਦਾ अर्थ है सुते प्रकाश, अपने आप तो अपनी रचना बनाने वाला, अपने आप तो। इसे करके सुन समाधि है, क्योंकि वो आपे आप है। ਅਸੀਂ उस परमेश्वर दे बनाए हुए हाँ। गुरु ने साडे उत्ते यही तरस किया भी हे मनुख, हे इंसान, इस गल नूं जान लै भी तू उस सुन दे विच टिकना है। जिथे परमेश्वर बैठा ना, सुन मंडल एक जोगी वैसे, उस दे विच जुड़ना तैं जुगती है। परमेश्वर दे नाल जुड़न दी की, परमेश्वर का नाम जपना। इसे करके नाम की महानता है। कहते वो आप ही बाप है, आप ही माँ है। आपे सूक्ष्म, आपे अस्थूला। सूक्ष्म का अर्थ है बरीक, छोटा, बिल्कुल बरीक। आप ही अस्थूल है, दृष्टमान जगत। आप ही है जिहड़ा दिसदा नहीं है, आप ही है जिहड़ा दिसदा है। सहस तब नैन नन, नन नैन है दोहे को। किते है किते नहीं है, सरगुण भी तू है, निर्गुण भी तू है। बस इसे करके क्या भी वो सारिਆਂ ਦੇ ਵਿੱਚ परिपूर्ण है। आप ਉਹਦੀ एक भी अख नहीं है, ਉਹਦੀਆਂ बहुत अखां ने। नैन ਦਾ अर्थ है अखां। सहस तब नैन, नन नैन है तोहे को। तेरियां अखां हजारां ने, सहस का अर्थ है हजारां, पर तेरी एक भी अख नहीं है। नन नैन है तोहे को, एक भी अख नहीं है तेरी। तेरियां बहुत अखां ने, तेरी एक भी अख नहीं है, परिपूर्ण है। सहस तब गंध नक, गंध का अर्थ है नक, खुशबू लेनी। तेरा नक बहुत ने, हजारां ने, ते गंध बिन ते गंध तो बिना तू सारे नक भी तेरा कोई नहीं। ये परिपूर्ण है। परमेश्वर की होंद जिहड़ी है, आपे सूक्ष्म, आपे अस्थूला। आपे ही परमात्मा अण दिसदा है, जिथे दिसदा ही नहीं, सूक्ष्म है, बिल्कुल सूक्ष्म। ते एक थां ते अस्थूल है। ये सृष्टि बना के ये वसिया करता पुरख, जल थल महियल पूरिया, स्वामी सिरजनहार। अनेक भांत हुए पसरिया नानक एक अंकार। हे नानक, अकाल पुरख परमात्मा आप ही भांत सवन्ना होके वसिया होया है। लखी ना जाई नानक लीला। कहते हे नानक, उस परमात्मा की ये जग रचना वाली जिहड़ी खेड है ना, इनू बयान नहीं किया जा सकता। आश्चर्यमयी है, आश्चर्यमयी है, आश्चर्य। विग्यानियां नू लभदियां नू 200 साल तो उपर हो गए। धरती नू फरोलदियां नू 200 साल तो उपर हो गए। पता ही नहीं, हजारां करोड़ां विद्वान ने जिहड़े विग्यानी ने ना, खोजते मर गए, पर हजे तक खोज नहीं मुक्की। कुछ ना कुछ नवां ही लभदा आउंदा, कुछ ना कुछ नवे जी जंत लभदे आउंदे, नवां ही मिलदा। पुराना तो पिछे ही रही जांदा ना, तो अगे दी अगे नवां ही नवां मिली जांदा, नवां ही नवां तुरे ही फिरदे ने भी। कुछ होर कुछ होर कुछ होर, अगे की तुरे ही फिरदे ने, टक्करां मारदे। ते इस करके भी परमेश्वर ने ताही सतगुरु ने
ਇਹ ਸਾਨੂੰ ਬਖਸ਼ਿਆ ਹੈ ਕਿ ਭਾਈ ਐਵੇਂ ਖੌਂਜਲ ਦੇ ਨਾਲੋਂ ਆਪਣੇ ਅੰਦਰ ਟਿਕ ਕੇ ਬੈਠ, ਬਾਹਰ ਟੱਕਰਾਂ ਮਾਰਨ ਦੇ ਨਾਲੋਂ ਅੰਦਰ ਟਿਕ ਜਾ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਕਰ, ਟਿਕ ਕੇ ਬੈਠਣਾ ਪਊ ਨਿਜ ਘਰ ਦੇ ਵਿੱਚ। ਨਿਜ ਘਰ ਕੀ ਹੈ? ਅੰਤਰ ਆਤਮੇ ਦਾ ਨਿਜ ਘਰ ਹੈ ਮਨ, ਅਤੇ ਇਸ ਮਨ ਨੂੰ ਵੀ ਟਿਕਾਉਣਾ ਪੈਣਾ ਅਤੇ ਆਪ ਵੀ ਟਿਕਣਾ ਪੈਣਾ। ਆਪਣੀ ਸੁਰਤ ਨੂੰ ਉਸ ਦੇ ਵਿੱਚ ਟਿਕਾਉਣਾ ਪੈਣਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੇ ਵਿੱਚ ਟਿਕਣਾ। ਇਸੇ ਨੂੰ ਹੀ ਲਾਹਾ ਕਿਹਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ ਸਭ ਮੁੱਕਦੀ ਚੱਲੀ ਰਹਿਣ। ਨਹੀਂ ਤੇ ਇਹ ਜਿਹੜੀ ਰਹਿਣ ਹੈ ਨਾ, ਰਾਤ ਹੈ, ਜ਼ਿੰਦਗੀ ਰੂਪੀ ਰਾਤ, ਇਹ ਮੁੱਕਦੀ ਜਾ ਰਹੀ ਹੈ। ਔਦ ਘਟੈ ਦਿਨ ਸਰੈਣ ਆਰੇ, ਮਨ ਗੁਰ ਮਿਲ ਕਾਜ ਸਵਾਰੇ। ਕਹਿੰਦੇ ਮਨ ਮੇਰੇ ਗੁਰੂ ਨੂੰ ਮਿਲ ਕੇ ਆਪਣੇ ਕਾਰਜ ਸਵਾਰ ਲੈ, ਤਾਂ ਹੀ ਤੇਰਾ ਜਿਹੜਾ ਭਲਾ ਹੈ ਉਹ ਹੋਵੇਗਾ। ਇਹ ਅਚਰਜਮਈ ਲੀਲਾ ਹੈ, ਪਰਮਾਤਮਾ ਦੀ ਖੇਡ ਹੈ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਲਖੀ ਨਾ ਜਾਈ ਨਾਨਕ ਲੀਲਾ, ਜਗ ਰਚਨਾ ਵਾਲੀ ਖੇਡ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਕਿਹੋ ਜਿਹੀ ਹੈ। ਕਿਸੇ ਚੀਜ਼ ਨੂੰ ਦੇਖ ਕੇ ਅਸੀਂ ਬਿਆਨ ਕਰ ਸਕਦੇ ਹਾਂ ਵੀ ਆਹ ਇੱਦਾਂ ਦੀ ਹੈ, ਆਹ ਇੱਦਾਂ ਦਾ ਹੈ, ਇਹਦਾ ਰੰਗ ਆਹ ਹੈ, ਰੂਪ ਆਹ ਹੈ, ਆਕਾਰ ਇਹ ਜਿਹਾ ਹੈ। ਪਰ ਪਰਮਾਤਮਾ ਦੀ ਖੇਡ ਅਚਰਜਮਈ ਹੈ। ਉਹਨੂੰ ਜਿੰਨਾ ਦੇਖਣ ਦੀ ਕੋਸ਼ਿਸ਼ ਕਰਾਂਗੇ ਓਨਾ ਹੋਰ ਲੱਭਦਾ ਜਾਵੇਗਾ, ਹੋਰ ਦਿਸਦਾ ਜਾਵੇਗਾ। ਇਸ ਕਰਕੇ ਵੀ ਜਿਹੜਾ ਹੈ ਹੀ ਬੇਅੰਤ, ਉਹਦਾ ਅੰਤ ਪਾਉਣ ਵਾਲੇ ਪਾਸੇ ਕਿਉਂ ਚੱਲੀਏ? ਬਸ ਉਸ ਨੂੰ ਤੇ ਸਲਾਹੁਣਾ ਕਰੋ ਵੀ ਵਾਹ ਅਕਾਲ ਪੁਰਖ ਦਾਤਿਆ, ਤੂੰ ਆਪ ਹੀ ਆਪ ਪਰਿਪੂਰਨ ਹੈ, ਸ੍ਰੇਸ਼ਟ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਹੇ ਪਰਮੇਸ਼ਰ ਜੀ, ਤੁਸੀਂ ਆਪਣੀ ਕਿਰਪਾ ਕਰੋ, ਦੀਨਾਂ ਦੇ ਉੱਤੇ ਦਇਆ ਕਰੋ, ਤੁਸੀਂ ਮਿਹਰ ਕਰੋ। ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਸੰਤਨ ਕਹਿੰਦੇ ਨੇ ਸੰਤਾਂ ਦੇ ਚਰਨਾਂ ਦੀ, ਸੰਤ ਜਨ ਜਿਹੜੇ ਸਤਿਗੁਰੂ ਦੇ ਅਧੀਨ ਰਹਿ ਕੇ, ਸਤਿਗੁਰੂ ਦੇ ਕੋਲ ਰਹਿ ਕੇ ਆਪਣੇ ਮਨ ਨੂੰ ਪ੍ਰੇਮ ਦੇ ਵਿੱਚ ਜੋੜ ਕੇ ਟਿਕਾ ਲੈਂਦੇ ਹਨ, ਉਹਨਾਂ ਨੂੰ ਕਿਹਾ ਜਾਂਦਾ ਹੈ ਸੰਤ ਜਨ। ਹੁਣ ਜਿਹੜਾ ਮਨੁੱਖਾ ਜਨਮ ਮਿਲਿਆ ਹੀ ਇਸ ਕਰਕੇ ਹੈ ਕਿ ਸੰਤਾਂ ਦੇ ਸੰਗਤ ਦੇ ਵਿੱਚ ਜੁੜ ਜਾਈਏ। ਗੁਰੂ ਦੀ ਹਜ਼ੂਰੀ ਵਿੱਚ ਜੁੜਨ ਵਾਲੇ, ਨਾਮ ਜਪਣ ਵਾਲੇ ਨੂੰ ਸੰਤ ਕਿਹਾ ਜਾਂਦਾ ਹੈ। ਜਿਹੜੀ ਆਪਾਂ ਆ ਵੀ ਜੁੜ ਬੈਠੇ ਹਾਂ ਨਾ, ਇਹ ਵੀ ਸਾਡੀ ਸੰਤ ਸੰਗਤ ਹੀ ਹੈ। ਸੰਤ ਕੌਣ ਹੈ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤੇ ਇਹਦੇ ਅਧੀਨ ਅਸੀਂ ਜੁੜ ਕੇ ਬੈਠੇ ਹਾਂ। ਸੰਗਤ ਸਾਰੀ ਸੰਤ ਜਨ ਦੀ, ਕਿਉਂਕਿ ਇੱਥੇ ਕੇਵਲ ਤੇ ਕੇਵਲ ਜਿਹੜਾ ਸਾਡਾ ਧਿਆਨ ਸੁਰਤ ਹੈ ਉਹ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਪਰਮੇਸ਼ਰ ਦੇ ਵਿੱਚ ਹੈ। ਕਿਉਂਕਿ ਪਰਮੇਸ਼ਰ ਦੀਆਂ ਹੀ ਗੱਲਾਂ ਕਰ ਰਹੇ ਹਾਂ ਆਪਾਂ, ਗੁਰੂ ਦੀਆਂ ਹੀ ਗੱਲਾਂ ਕਰ ਰਹੇ ਹਾਂ ਆਪਾਂ। ਗੁਰੂ ਜੀ ਪਰਮੇਸ਼ਰ ਦੇ ਬਾਰੇ ਦੱਸ ਰਹੇ ਨੇ, ਆਪਾਂ ਉਹਨੂੰ ਧਿਆਨ ਲਾ ਕੇ ਸੁਣ ਰਹੇ ਹਾਂ, ਅੰਦਰ ਟਿਕਾ ਰਹੇ ਹਾਂ। ਇਹੀ ਸਤ ਸੰਗਤ ਹੈ। ਕਹਿੰਦੇ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਬੜੇ ਲੰਮੇ ਸਮੇਂ ਬਾਅਦ ਇਹ ਸੁੰਦਰ ਦੇਹੀ ਜਿਹੜੀ ਹੈ, ਮਾਨਸ ਜਨਮ ਮਿਲਿਆ ਹੈ। ਨਿਰਮੋਲ ਅਮੋਲਕ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਮੋਲ ਤੋਂ ਰਹਿਤ ਹੈ ਜੋ ਇਹ ਦੇਹੀ ਪਾਈ ਹੈ। ਤੇ ਕੀ ਕਰਨਾ ਹੈ? ਸਫਲ ਜਨਮ ਗੁਰ ਚਰਨ ਸ਼ਰਨ ਕੈ। ਜਨਮ ਸਫਲਾ ਹੈ ਜੇਕਰ ਇਹ ਗੁਰੂ ਦੇ ਚਰਨਾਂ ਵਿੱਚ ਆ ਕੇ ਜੁੜ ਜਾਵੇ, ਸਤ ਸੰਗਤ ਵਿੱਚ ਜੁੜ ਜਾਵੇ, ਫਿਰ ਹੀ ਇਹ ਮਨੁੱਖਾ ਜਨਮ ਸਫਲਾ ਹੈ। ਲੋਚਨ ਅਮੋਲ ਗੁਰ ਦਰਸ਼ ਅਮੋਲ ਦੇਖੇ, ਸ਼ਰਵਣ ਅਮੋਲ ਗੁਰ ਬਚਨ ਧਰਨ ਕੈ। ਲੋਚਨ ਅੱਖਾਂ, ਅੱਖਾਂ ਵੀ ਅਮੋਲ ਨੇ, ਮੁੱਲ ਤੋਂ ਰਹਿਤ ਨੇ, ਜੇਕਰ ਇਹ ਗੁਰੂ ਦਾ ਦਰਸ਼ਨ ਦੇਖ ਰਹੀਆਂ ਨੇ।
गुरु का दर्शन कर रही ने अखां, तो ये भी कीमती ने, कहते बहुत सुंदर ने, सोहणियां ने। जिन्हां कोल ये अखां नहीं ना, उन्होंने इहदी कीमत पुछ के देखो भी कीमत की है अखां की। असीं तो हजे जानते ही नहीं ना, असीं तो अवेसले हुए तुरे फिरते हैं भी अखां नाल सानूं दिसदा। जिहनूं नहीं दिसदा ना, उहनूं पुछो भी किवें आ, देखिया अज तक तूं रंग कोई देखिया भी रंग किहे जे हुंदे आ? ਉਹ ਕੂਹਾ ਨਾ ਭਾਈ मैं तो अन्ना। सतगुरु कहते अंधे ये ना आखियन जिन मुख लोयन नाहे। कहते अन्ने वो नहीं कहे जाते जिन्हां दियां अखां नहीं हन। वो तो है ही कुदरती तौर पर ने ना, वो तो परमेश्वर वालों ही अखां नहीं हन उन्हां दियां। पर कहते जेड़े ਹੁੰਦੇ ਹੋਏ देख के भी सामने परमेश्वर ਨੂੰ नहीं देख पा रहे ना, कहते असल च अन्ने ही हो ने। ते अखां कहते अमोल ने, इहदी कीमत जान। ते इस संसार दे विचों परमेश्वर ਨੂੰ ਲੱਭ, गुर दर्श अमोल देखे। श्रवण अमोल गुर बचन धर्म कै। श्रवण कहते ने ਕੰਨਾਂ ਨੂੰ, ये भी अमोल ने, कहते मुल तो रहत ने। ਕੰਨਾਂ ਦੇ ਨਾਲ गुरु का वचन सुन के अपने अंदर टिका लै। हुण जिन्हां कोले ਕੰਨ नहीं ਹਨ, उन्हां नूं पुछ के देखो कीमत की है ਕੰਨਾਂ ਦੀ। ਉਹ ਤੇ आवाज़ां सुनन नूं तरसे पए ने, उन्हां नूं तां किसी आवाज़ बारे पता ही नहीं भी किहड़ी आवाज़ किवें दी हुंदी है। उन्हां लई तां इक्को ही है भी सारे भी रौ भी बस लगदा भी कुछ बोली जा रहे हैं, पर पता नहीं लगता की कह रहे हैं। जिन्हां दे ਕੰਨਾਂ ਦੇ ਵਿੱਚ ਬੋਲਾਪਣ है ना, ਬੋਲੇ ने ਜਿਹੜੇ, जिन्हां ਨੂੰ सुनदा नहीं है, ਉਹਨਾਂ ਨੂੰ ਇਹਨਾਂ ਦੀ ਕੀਮਤ ਪੁੱਛ ਕੇ ਦੇਖੋ ਵੀ ਕੰਨਾਂ ਦੀ ਕੀਮਤ ਕੀ ਹੈ। ਜਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਉੱਚਾ ਸੁਣਦਾ ਹੈ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਇਹਦੀ ਕੀਮਤ ਕੀ ਹੈ। ਉਹ ਕਹੇਗਾ ਔਖਾ ਬਹੁਤ ਹੈ, ਸਵਾਦ ਜਿਹਾ ਨਹੀਂ ਹੈ ਜੀਵਨ ਦੇ ਵਿੱਚ ਬਿਨਾਂ ਕੰਨਾਂ ਤੋਂ। ਪਰ ਜਿਨ੍ਹਾਂ ਕੋਲੇ ਹੈਨ, ਉਹ ਇਹ ਹੋਰ ਰਸਾਂ ਦੇ ਵਿੱਚ ਲਾਈ ਬੈਠੇ ਨੇ। ਬਾਹਰ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਸਤਿਗੁਰੂ ਕਹਿੰਦੇ ਮੇਰੇ ਮੋਹਣ श्रवणी ये ना सुनाए। हे मेरे मोहन, हे मेरे परमात्मा जी, कन्ना तो ये ना सुनाई कि साकत गीत नाद धुन गावत बोलत बोल अजाए। आ अजाई बोल ने ना जेडे गंद मंद बकदे फिरदे ने, गाउंदे फिरदे ने, बोलदे फिरदे ने, कहंदे ये मेरे कन्ना च ना पैण सतगुरु नाम। जेकर कन्ना च पवे ते की पवे, बस सच है सुनना नो पठाए, शरीर लाए सुनो सत बाणी। जित सुनी मन तन हरिया हुआ, रसना रस समानी। सुन के ही रसना ते रस आना है। फिर इस रस दे नाल फिर जपिया जाना, फिर कन्न नाल सुनिया जाना, फिर रसना, फिर कन्न, फिर रसना, फिर कन्न। इदां ये गेड़ बनाना, ਚੱਕੀ ਚੱਲਣੀ ਇਹ ਪੂਰੀ। ਤੇ ਕਹਿੰਦੇ ਗੁਰੂ ਦੇ ਬਚਨ ਜੇਕਰ ਇਹਦੇ ਵਿੱਚ ਧਰ ਲਈਏ ਤੇ ਇਹ ਵੀ ਅਮੋਲ ਹੋ ਜਾਂਦੇ ਨੇ। ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕੈ। ਨਾਸਕਾ ਨੱਕ ਕਾਹਦੇ ਲਈ ਹੈ? ਇਹ ਮਿਲਿਆ ਨੱਕ ਸੁਗੰਧੀ ਲੈਣ ਦੇ ਲਈ, ਪਰ ਬੰਦਾ ਇੱਥੇ ਹੋਰ ਦੁਰਗੰਧੀਆਂ ਮੰਨ ਰਿਹਾ ਹੈ। ਕਹਿੰਦਾ ਉਹਨਾਂ ਨੂੰ ਸੁਗੰਧੀਆਂ ਫਿਰਦਾ, ਪਰ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਉਹ ਦੁਰਗੰਧ ਹੀ ਹੈ, ਜਿਹੜੀ ਮਨ ਨੂੰ ਭਟਕਾ ਦਿੰਦੀ ਹੈ, ਕਿਸੇ ਹੋਰ ਪਾਸੇ ਲੈ ਜਾਂਦੀ ਹੈ। ਉਹਨੂੰ ਸੁਗੰਧੀ ਨਹੀਂ ਕਿਹਾ ਜਾਂਦਾ। ਸਤਿਗੁਰੂ ਕਹਿੰਦੇ ਅਸਲੀ ਸੁਗੰਧੀ ਕੀ ਹੈ? ਚਰਨਾਰ ਬਿੰਦ ਬਾਸਨਾ ਕੈ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੀ ਖੁਸ਼ਬੂ ਲੈਣ ਵਾਲੀ ਨਾਸਕਾ ਵੀ ਪਵਿੱਤਰ ਹੈ, ਕਹਿੰਦੇ ਅਮੋਲ ਹੈ। रसना अमोल गुर मंत्र सिमरन कै। रसना जीव कहते ताही अमोल है, ताही ये प्रवान है जेकर ये गुरु का मंत्र की है बाणी।
ਇਸ ਨੂੰ ਜਦੋਂ ਆਪਣੇ ਮੁਖ ਦੇ ਨਾਲ, ਜੀਭ ਦੇ ਨਾਲ ਜਪਾਂਗੇ, ਫਿਰ ਹੀ ਇਹ ਪਵਿੱਤਰ ਹੈ। ਹਸਣ ਅਮੋਲ ਗੁਰਦੇਵ ਸੇਵਕ ਹੈ। ਹਸਣ ਦਾ ਅਰਥ ਹੈ ਹੱਥ। ਕਹਿੰਦੇ ਇਹ ਵੀ ਅਮੋਲ ਨੇ, ਮੁੱਲ ਤੋਂ ਰਹਿਤ ਹੋ ਜਾਣਗੇ। ਕਦੋਂ? ਜਦੋਂ ਗੁਰੂ ਪਰਮੇਸ਼ਰ ਦੀ ਸੇਵਾ ਕਰਾਂਗੇ, ਗੁਰੂ ਦਰ ਦੀ ਜਦੋਂ ਸੇਵਾ ਕਰਾਂਗੇ, ਗੁਰੂ ਕੇ ਪਿਆਰਿਆਂ ਸੰਗਤਾਂ ਦੀ ਸੇਵਾ ਕਰਾਂਗੇ, ਉਦੋਂ ਹੀ ਇਹ ਹੱਥ ਜਿਹੜੇ ਨੇ ਇਹ ਅਮੋਲ ਹੋ ਜਾਣਗੇ, ਮੁੱਲ ਤੋਂ ਰਹਿਤ। ਇਹਨਾਂ ਦਾ ਕੋਈ ਮੁੱਲ ਨਹੀਂ ਪਾ ਸਕੇਗਾ ਦੁਨੀਆ ਦੇ ਵਿੱਚ। ਗੁਰੂ ਇਹਨਾਂ ਨੂੰ ਵੀ ਪਵਿੱਤਰ ਕਰ ਦੇਵੇਗਾ। ਚਰਨ ਅਮੋਲ ਪ੍ਰਦਰਸ਼ਨਾ ਕਰਨ ਕਹਿ। ਕਹਿੰਦੇ ਚਰਨ, ਪੈਰ ਇਹ ਵੀ ਅਮੋਲ ਨੇ, ਅਮੋਲ ਹੋ ਜਾਣਗੇ। ਕਦੋਂ? ਜਦੋਂ ਸਤਿਗੁਰੂ ਦੀ ਪਰਿਕਰਮਾ ਇਹਨਾਂ ਨਾਲ ਕਰਾਂਗੇ, ਗੁਰੂ ਘਰ ਚੱਲ ਕੇ ਆਵਾਂਗੇ। ਭਾਈ ਗੁਰਦਾਸ ਜੀ ਕਹਿੰਦੇ ਵੀ ਭਾਈ ਉਹ ਪੈਰ ਵੀ ਸ਼ੋਭਾ ਵਾਲੇ ਨੇ, ਪੈਰ ਵੀ ਸ਼ੋਭਨੀਕ ਨੇ, ਪਵਿੱਤਰ ਨੇ, ਜਿਹੜੇ ਗੁਰੂ ਦੇ ਕੋਲ ਚੱਲ ਕੇ ਆਉਂਦੇ ਹਨ। ਸਾਰਾ ਸਰੀਰ ਪਵਿੱਤਰ ਕਰ ਲੈ। ਹੋ ਸਕਦਾ ਹੈ? ਤੇਰੇ ਉੱਤੇ ਡਿਪੈਂਡ ਕਰਦਾ, ਤੇਰੇ ਉੱਤੇ ਨਿਰਭਰ ਹੈ ਕਿ ਇਸ ਨੂੰ ਹੁਣ ਗੁਰੂ ਕੋਲ ਲੈ ਕੇ ਆ ਕੇ ਪਵਿੱਤਰ ਕਰਨਾ, ਸਰੀਰ ਨੂੰ, ਅੰਗਾਂ ਨੂੰ, ਸਾਰਿਆਂ ਨੂੰ, ਕਿ ਇਹਨੂੰ ਗੁਰੂ ਤੋਂ ਟੁੱਟ ਕਿਸੇ ਹੋਰ ਦੁਨਿਆਵੀ ਰਸ ਵਿੱਚ ਲਾ ਕੇ ਕਿਸੇ ਗਲਤ ਥਾਵਾਂ ਦੇ ਉੱਤੇ ਜਾ ਕੇ ਇਹਨੂੰ ਅਪਵਿੱਤਰ ਕਰਨਾ। ਇਹ ਹੁਣ ਮਨੁੱਖ ਦੇ ਉੱਤੇ ਹੈ। ਸਤਿਗੁਰੂ ਨੇ ਤਾਂ ਸਾਨੂੰ ਗਿਆਨ ਦੇਣਾ, ਸਮਝਾਉਣਾ, ਸਤਿਗੁਰੂ ਨੇ ਸਮਝਾ ਦਿੱਤਾ। ਹੁਣ ਅੱਗੇ ਅਸੀਂ ਮੰਨਣਾ ਨਹੀਂ ਮੰਨਣਾ ਇਹ ਸਾਡੀ ਮਰਜ਼ੀ ਹੈ। ਗੁਰੂ ਕਿਰਪਾ ਕਰੇ, ਸਤਿਗੁਰੂ ਰਹਿਮਤਾਂ ਕਰਨ। ਉਸ ਸਤਿਗੁਰੂ ਦਾਤੇ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਆਪਣਾ ਜੀਵਨ ਅਮੋਲ ਬਣਾ ਲਈਏ। ਫਿਰ ਹੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ।